ਹੁਣ ਖਬਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਵਿੱਚ ਨਸ਼ਾ ਲੈਣ ਅਤੇ ਤਸਕਰੀ ਦੀ ਲਗਾਤਾਰ ਵਾਇਰਲ ਹੋ ਰਹੀ ਵੀਡੀਓਜ਼ ਤੋਂ ਬਾਅਦ ਜ਼ਿਲ੍ਹਾ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਹਰਕਤ ਦੇ ਵਿੱਚ ਆਈ। ਪੁਲਿਸ ਨੇ ਇਕੱਠੇ 3 ਥਾਵਾਂ ਦੇ ਉੱਤੇ ਸਰਚ ਆਪਰੇਸ਼ਨ ਚਲਾਇਆ। ਲੋਕਾਂ ਦੇ ਘਰਾਂ, ਰਾਹ ਦੇ ਉੱਤੇ ਜਾ ਰਹੇ ਲੋਕਾਂ ਤੇ ਗੱਡੀਆਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਨਗਰ ਨਹਿਰ ਦੇ ਨੇੜੇ ਫਾਟਕ ਅਤੇ ਗੁੱਜਰਪੁਰਾ ਏਰੀਆ ਦੇ ਵਿੱਚ ਵੀ ਸਰਚ ਆਪਰੇਸ਼ਨ ਚਲਾਇਆ ਗਿਆ। 300 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਘਰ-ਘਰ ਦੀ ਤਲਾਸ਼ੀ ਵੀ ਲਈ। ਤੋ ਇਹਦੇ ਵਿੱਚ ਅਸੀਂ ਹੁਣ ਇਹਦੇ ਵਿੱਚ ਸਪੈਸ਼ਲ ਆਪਰੇਸ਼ਨ ਜਿਹੜੇ ਉਹ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੰਦੇ ਜਿਹੜੇ ਅਰੈਸਟ ਕਰਕੇ ਇਸ ਏਰੀਆ ਨੂੰ ਜਿਹੜਾ ਨਸ਼ਾ ਮੁਕਤ ਕੀਤਾ ਜਾਵੇ। ਸਰਚ ਆਪਰੇਸ਼ਨ ਵਿੱਚ ਪੁਲਿਸ ਨੇ 4 ਲੋਕਾਂ ਨੂੰ 100 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚੋਂ ਇੱਕ ਸਮਗਲਰ ਵੀ ਹੈ, ਜਿਸ ਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਨੇ। ਇਸ ਦੇ ਘਰ ਤੋਂ ਕਰੀਬ 8 ਮੋਬਾਈਲ ਮਿਲੇ ਨੇ, ਜਿਸ ਨੂੰ ਨਸ਼ਾ ਕਰਨ ਵਾਲੇ ਮੁਲਜ਼ਮ ਦੇ ਕੋਲ ਇਹ ਛੱਡ ਜਾਂਦੇ ਸੀ। ਅਗਲੀ ਖਬਰ ਵੀ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਦੇ ਵਿੱਚ ਇੱਕ ਮਹਿਲਾ ਨੇ ਸੜਕ ਦੇ ਉੱਤੇ ਜ਼ਬਰਦਸਤ ਹੰਗਾਮਾ ਕੀਤਾ ਤੇ ਘਰ ਦੇ ਬਾਹਰ ਆ ਕੇ ਖੂਬ ਹੱਲਾ ਮਚਾਇਆ। ਤੇ ਘਰ ਦੇ ਬਾਹਰ ਖੜ ਕੇ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਪਤੀ ਇੱਥੇ ਕਿਸੇ ਦੂਜੀ ਮਹਿਲਾ ਦੇ ਨਾਲ ਰਹਿ ਰਿਹਾ ਹੈ। ਦਰਵਾਜ਼ਾ ਖੜਕਾਇਆ ਗਿਆ, ਪੁਲਿਸ ਨੂੰ ਬੁਲਾਇਆ ਗਿਆ, ਪਰ ਦਰਵਾਜ਼ਾ ਖੁੱਲਿਆ ਨਹੀਂ। ਪਰ ਮਹਿਲਾ ਸੜਕ ਤੇ ਖੂਬ ਹੰਗਾਮਾ ਕਰਦੀ ਰਹੀ। ਤੇ ਤੁਹਾਡਾ ਵਿਆਹ ਹੋਣ ਕਿੰਨੇ ਚਿਰ ਹੋ ਗਿਆ? सर 2009 ਤੁਹਾਡੇ ਬੱਚੇ? एक बेटा 2009 में मेरा ब्याह है। 14 साल हो गए मेरे ब्याह ਨੂੰ। ਤੁਸੀਂ ਇਹਨਾਂ ਤੋਂ ਕਿੰਨੇ ਚਿਰ ਤੋਂ ਵੱਖ ਰਹਿ ਰਹੇ ਹੋ? सर मैं 6 ਮਹੀਨਿਆਂ ਤੋਂ ਹੈ, ਮੇਰੇ ਕੋਲ ਬਿਲਕੁਲ ਹੀ ਨਹੀਂ ਆ ਰਿਹਾ। ਪੀੜਤ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਨਾ ਤਾਂ ਮੇਰੇ ਪਤੀ ਨੇ ਮੇਰੀ ਸੁਣੀ ਅਤੇ ਪੁਲਿਸ ਵੀ ਹੁਣ ਬਿਨਾਂ ਸੁਣੇ ਹੀ ਇੱਥੋਂ ਚਲੀ ਗਈ। मेरे किसी महिला मंडल वाले ने कोई सुनवाई नहीं पाई। ये भाई नरजीत सिंह ने कोई सुनवाई नहीं पाई, गलत फैसला किया मेरा। फिलहाल पुलिस ने महिला ਨੂੰ ਭਰੋਸਾ ਦਿਵਾਇਆ ਕਿ ਉਹ ਕਾਰਵਾਈ ਕਰੇਗੀ, ਜਿਸ ਤੋਂ ਬਾਅਦ ਮਹਿਲਾ ਸ਼ਾਂਤ ਹੋਈ। खैर पुलिस की कार्रवाई करेगी, यह भी एक बड़ा सवाल है। पर महिला सड़क के उत्ते खूब हंगामा करती नजर आई। उधर सिद्धू मूसेवाला के शूटर दीपक मुंडी के नाल गिरफ्तार होए कपिल पंडित ने पुलिस के कोल एक बड़ा खुलासा किया ते उसने मन्निया कि सलमान खान नूं मारन दा पूरा प्लान किया गया। ਤੇ ਕਰੀਬ 1.5 ਮਹੀਨੇ ਤੱਕ ਸਲਮਾਨ ਖਾਨ ਦੇ ਫਾਰਮ ਹਾਊਸ ਦੀ ਰੇਕੀ ਕੀਤੀ ਗਈ ਤੇ ਉਸ ਦੇ ਫਾਰਮ ਹਾਊਸ ਨੇੜੇ ਹੀ ਕਮਰਾ ਕਿਰਾਏ ਤੇ ਲਿਆ ਗਿਆ ਸੀ, ਜਿਸ ਦੇ ਵਿੱਚ ਹਥਿਆਰ ਰੱਖੇ ਗਏ ਸਨ। ਕਪਿਲ ਪੰਡਿਤ ਦੇ ਮੁਤਾਬਿਕ ਉਸ ਦੇ ਨਾਲ ਸਚਿਨ ਬਿਸ਼ਨੋਈ ਅਤੇ ਸੰਤੋਸ਼ ਜਾਦਵ ਵੀ ਸੀ ਤੇ ਸਲਮਾਨ ਖਾਨ ਨੂੰ ਉਸ ਦੇ ਪਨਵੇਲ ਫਾਰਮ ਹਾਊਸ ਦੇ ਵਿੱਚ ਹੀ ਗੋਲੀਆਂ ਮਾਰ ਕੇ ਮਾਰਨ ਦਾ ਪਲਾਨ ਸੀ। ਸਲਮਾਨ ਖਾਨ ਦੇ ਪਨਵੇਲ ਇਲਾਕੇ 'ਚ ਫਾਰਮ ਹਾਊਸ ਦੇ ਨੇੜੇ ਇੱਕ ਘਰ ਕਿਰਾਏ 'ਚ ਲਿੱਤਾ ਗਿਆ ਤੇ ਕਰੀਬ 1.5 ਮਹੀਨਾ ਉੱਥੇ ਕਪਿਲ ਪੰਡਿਤ, ਸਚਿਨ ਥਾਪਨ ਤੇ ਸੰਤੋਸ਼ ਜਾਦਵ ਵੀ ਉੱਥੇ ਰਹੇ। ਇਹ ਪੂਰੀ ਜਿਹੜੀ ਹੈ ਹੁਣ ਸਾਰੀ ਪੁੱਛਗਿੱਛ ਸਾਹਮਣੇ ਆ ਰਹੀ ਹੈ। ਇਸ ਪਲਾਨ ਨੂੰ ਸਚਿਨ ਬਿਸ਼ਨੋਈ ਤੇ ਕਪਿਲ ਪੰਡਿਤ ਲੀਡ ਕਰ ਰਹੇ ਸਨ। ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਨੇ ਵੀ ਸਲਮਾਨ ਖਾਨ ਨੂੰ ਪੇਸ਼ੀ ਦੇ ਦੌਰਾਨ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਲਾਰੈਂਸ ਗਰੁੱਪ ਦੇ ਗੁਰਗਿਆਂ ਨੇ ਕਈ ਵਾਰ ਸਲਮਾਨ ਖਾਨ ਦੀ ਰੇਕੀ ਕੀਤੀ। ਤਾਂ ਰੇਕੀ ਕੀਤੀ ਗਈ ਸੀ ਔਰ ਬਹੁਤ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਖੈਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਵੀ ਇਹੀ ਤੱਥ ਸਾਹਮਣੇ ਆਏ ਕਿ ਬਹੁਤ ਵੱਡੀ ਸਾਜ਼ਿਸ਼ ਘੜੀ ਗਈ, ਕਈ ਮਹੀਨੇ ਸਾਜ਼ਿਸ਼ ਘੜੀ ਗਈ ਤੇ ਉਸ ਤੋਂ ਬਾਅਦ 29 ਮਈ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਧਰ ਪਟਿਆਲਾ ਜੇਲ੍ਹ ਦੇ ਵਿੱਚ ਕਬੂਤਰਬਾਜ਼ੀ ਕੇਸ ਦੇ ਵਿੱਚ ਸਜ਼ਾ ਕੱਟ ਰਹੇ ਦਲੇਰ ਮਹਿੰਦੀ ਜਲਦ ਬਾਹਰ ਆਉਣਗੇ ਜੇਲ੍ਹ ਤੋਂ। 19 ਸਾਲ ਪੁਰਾਣੇ ਕਬੂਤਰਬਾਜ਼ੀ ਕੇਸ ਦੇ ਵਿੱਚ ਹਾਈ ਕੋਰਟ ਨੇ ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਸਸਪੈਂਡ ਕਰ ਦਿੱਤੀ। 2003 ਦੇ ਵਿੱਚ ਦਲੇਰ ਮਹਿੰਦੀ ਦੇ ਖਿਲਾਫ ਬਖਸ਼ੀਸ਼ ਸਿੰਘ ਨਾਮ ਦੇ ਸ਼ਖਸ ਦੀ ਸ਼ਿਕਾਇਤ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਟ੍ਰਾਇਲ ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ। ਉਸ ਤੋਂ ਬਾਅਦ ਤੋਂ ਹੀ ਦਲੇਰ ਮਹਿੰਦੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸਨ। ਇਸ ਮਾਮਲੇ 'ਚ ਦਲੇਰ ਮਹਿੰਦੀ ਦੇ ਭਰਾ ਸ਼ਮਸ਼ੇਰ ਸਿੰਘ ਵੀ ਮੁਲਜ਼ਮ ਸੀ, ਪਰ 2017 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਜਿਹੜੀ ਸਜ਼ਾ ਹੋਈ ਹੈ ਉਹ ਠੀਕ ਨਹੀਂ ਹੋਈ ਹੈ ਤੇ ਉਹਨਾਂ ਨੂੰ ਬਰੀ ਕੀਤਾ ਜਾਏ ਤੇ ਅੱਜ ਉਹਨਾਂ ਦੀ ਸੈਂਟੈਂਸ ਸਸਪੈਂਡ ਕਰਤੀ ਤੇ ਜਿਹੜੀ ਰਿਵੀਜ਼ਨ ਅਸੀਂ ਫਾਈਲ ਕੀਤੀ ਹੈ, ਜਿਹੜੇ ਨੀਚੇ ਦੇ ਕੋਰਟ ਦੇ ਆਰਡਰ ਹੈ, ਉਹ ਉਹਨਾਂ ਨੇ ਐਡਮਿਟ ਕਰ ਲਈ ਹੈ। ਇਹ ਸਭ ਸ਼ੁਰੂ ਹੋਇਆ ਸਾਲ 2003 ਦੇ ਵਿੱਚ। ਬਖਸ਼ੀਸ਼ ਸਿੰਘ ਨੇ ਪਟਿਆਲਾ ਸਦਰ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਦਲੇਰ ਮਹਿੰਦੀ ਅਤੇ ਉਹਨਾਂ ਦੇ ਭਰਾ ਸ਼ਮਸ਼ੇਰ ਮਹਿੰਦੀ ਨੇ ਉਹਨਾਂ ਨੂੰ ਕੈਨੇਡਾ ਭੇਜਣ ਦੇ ਨਾਮ ਦੇ ਉੱਤੇ 13 ਲੱਖ ਰੁਪਏ ਲਏ ਸਨ, ਪਰ ਨਾ ਤਾਂ ਉਹਨਾਂ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਬਖਸ਼ੀਸ਼ ਸਿੰਘ ਦੇ ਨਾਲ 30 ਸ਼ਿਕਾਇਤਕਰਤਾ ਹੋਰ ਵੀ ਆ ਗਏ, ਜਿਨ੍ਹਾਂ ਨੇ ਦਲੇਰ ਮਹਿੰਦੀ ਦੇ ਉੱਤੇ ਕਬੂਤਰਬਾਜ਼ੀ ਦੇ ਇਲਜ਼ਾਮ ਲਗਾਏ ਸਨ।
ਦਲੇਰ ਮਹਿੰਦੀ ਲਈ ਇੱਕ ਵੱਡੀ ਰਾਹਤ ਦੀ ਖਬਰ ਤਾਂ ਜ਼ਰੂਰ ਹੈ ਕਿ ਉਹਨਾਂ ਦੀ ਸਜ਼ਾ ਫਿਲਹਾਲ ਸਸਪੈਂਡ ਕਰ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ। ਅੱਗੇ ਵਧਦੇ ਹਾਂ ਤੇ ਅਗਲੀ ਖਬਰ ਸੋਨਾਲੀ ਫੋਗਾਟ ਮੌਤ ਮਾਮਲੇ ਦੇ ਨਾਲ ਜੁੜੀ ਹੋਈ ਸੀਬੀਆਈ ਕੋਲ ਪੂਰਾ ਮਾਮਲਾ ਪਹੁੰਚ ਚੁੱਕਿਆ ਤੇ ਵੱਡੀ ਖਬਰ ਇਹ ਹੈ ਕਿ ਸੀਬੀਆਈ ਨੇ ਇਸ ਮਾਮਲੇ 'ਚ ਪਹਿਲੀ ਐਫਆਈਆਰ ਵੀ ਦਰਜ ਕਰ ਦਿੱਤੀ ਹੈ ਔਰ ਇਸ ਐਫਆਈਆਰ ਦੇ ਵਿੱਚ ਧਾਰਾ 302 ਵੀ ਦਰਜ ਕੀਤੀ ਗਈ ਹੈ। ਪਰਿਵਾਰ ਦੀ ਮੰਗ ਦੇ ਉੱਤੇ ਸੀਬੀਆਈ ਨੂੰ ਜਾਂਚ ਸੌਂਪੀ ਗਈ ਹੈ। ਦਰਅਸਲ ਗੋਆ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਸੀ ਜਦੋਂ ਸੋਨਾਲੀ ਫੋਗਾਟ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਉਸ ਤੋਂ ਬਾਅਦ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਇਸ ਕੇਸ ਨੂੰ ਸੀਬੀਆਈ ਨੂੰ ਸੌਂਪਿਆ ਜਾਵੇ। ਸੁਦੀਪ ਸੰਗਵਾਨ ਅਤੇ ਸੁਖਵਿੰਦਰ ਦੇ ਉੱਤੇ ਇਲਜ਼ਾਮ ਪਰਿਵਾਰ ਲਗਾ ਰਿਹਾ, ਬਹੁਤ ਸੰਗੀਨ ਇਲਜ਼ਾਮ ਪਰਿਵਾਰ ਨੇ ਲਗਾਏ ਨੇ। ਸੁਦੀਪ ਸੰਗਵਾਨ ਪੀਏ ਸੋਨਾਲੀ ਫੋਗਾਟ ਦਾ ਸੀ। ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਗੋਆ ਪੁਲਿਸ ਨੇ ਵੀ ਆਪਣੀ ਐਫਆਈਆਰ ਦੇ ਵਿੱਚ ਧਾਰਾ 302 ਯਾਨੀ ਕਤਲ ਵਾਲੀ ਧਾਰਾ ਜੋੜ ਦਿੱਤੀ ਸੀ। ਪਰ ਫਿਰ ਵੀ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਇਸ ਪੂਰੇ ਕੇਸ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਜਾਵੇ। ਤਾਂ ਹੁਣ ਸੀਬੀਆਈ ਦੇ ਕੋਲ ਤਾਂ ਮਾਮਲਾ ਪਹੁੰਚ ਚੁੱਕਿਆ ਤੇ ਪਹਿਲਾ ਪਰਚਾ ਵੀ ਸੀਬੀਆਈ ਦੇ ਵੱਲੋਂ ਕੱਢ ਦਿੱਤਾ ਗਿਆ ਹੈ, ਧਾਰਾ 302 ਜਿਸ ਦੇ ਵਿੱਚ ਲਗਾਈ ਗਈ ਹੈ। ਬੀਤੇ ਦਿਨੀ ਜਲੰਧਰ ਦੇ ਵਿੱਚ 4 ਸਾਲ ਦੀ ਛੋਟੀ ਬੱਚੀ ਦੀ ਮੌਤ ਦਾ ਮਾਮਲਾ ਭਖਦਾ ਜਾ ਰਿਹਾ ਹੈ ਕਿ ਧਾਰਮਿਕ ਅਤੇ ਸਿਆਸੀ ਬਿਆਨਾਂ ਤੋਂ ਬਾਅਦ ਹੁਣ ਪਾਦਰੀ ਬਰਜਿੰਦਰ ਦਾ ਵੀ ਬਿਆਨ ਸਾਹਮਣੇ ਆਇਆ। ਤੇ ਉਹਨਾਂ ਨੇ ਜਲੰਧਰ ਦੇ ਪਾਦਰੀ ਦਾ ਬਚਾਅ ਕਰਦਿਆਂ ਕਿਹਾ ਕਿ ਜਿਸ ਬੱਚੀ ਨੂੰ ਪਰਿਵਾਰ ਲੈ ਕੇ ਆਇਆ ਸੀ ਉਹ ਕੈਂਸਰ ਦੀ ਆਖਰੀ ਸਟੇਜ ਦੇ ਉੱਤੇ ਸੀ ਤੇ ਦਿੱਲੀ ਏਮਸ ਤੋਂ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਵੀ ਬੱਚੀ ਨੂੰ ਜਵਾਬ ਦੇ ਦਿੱਤਾ ਸੀ ਤਾਂ ਫਿਰ ਅਸੀਂ ਕੌਣ। खुद बयान में दिया हुआ है कि वो लड़की जो है एम्स हॉस्पिटल में बीमार थी, डॉक्टर ने बोला कि भाई इसकी उम्मीद नहीं है, आप ले जाओ। वो खुद कह रही है कि मैं तो आस्था के अनुसार आई थी। तो वो कैसे कह रही है 65,000 रुपये ले लिया? वो बेबुनियाद है। ਪਾਦਰੀ ਬਰਜਿੰਦਰ ਨੇ ਕਿਹਾ ਕਿ ਅਸੀਂ ਕਿਸੇ ਦਾ ਜ਼ਬਰੀ ਧਰਮ ਪਰਿਵਰਤਨ ਨਹੀਂ ਕਰਵਾਉਂਦੇ, ਜਿਸ ਦਾ ਵਿਸ਼ਵਾਸ ਹੈ ਉਹ ਖੁਦ ਆਉਂਦੇ ਨੇ। ਦੱਸ ਦਈਏ ਕਿ 4 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਪਾਦਰੀ ਦੇ ਉੱਤੇ 65,000 ਰੁਪਏ ਠੱਗਣ ਦੇ ਇਲਜ਼ਾਮ ਲਗਾਏ ਸਨ। ਪਰਿਵਾਰ ਨੇ ਵੀ ਇਲਜ਼ਾਮ ਲਗਾਇਆ ਸੀ ਕਿ ਇੱਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਮਰੇ ਹੋਏ ਨੂੰ ਵੀ ਜਿਉਂਦਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਬਾਕੀ ਇਸ ਤਰੀਕੇ ਨਾਲ ਕੋਈ ਦਾਅਵਾ ਕੀਤਾ ਗਿਆ ਸੀ, ਕਿਉਂਕਿ ਜੇਕਰ ਮਰੇ ਨੂੰ ਜਿਉਂਦਾ ਕਰਨ ਦਾ ਦਾਅਵਾ ਕੀਤਾ ਗਿਆ ਇਸ ਨਾਲ ਫਰਕ ਤਾਂ ਪੈਂਦਾ ਹੈ, ਕਿਉਂਕਿ ਜੋ ਚਲਾ ਗਿਆ ਦੁਨੀਆ ਤੋਂ ਉਹ ਵਾਪਸ ਨਹੀਂ ਪਰਤਦਾ। ਅੱਗੇ ਵਧਦੇ ਤੇ ਖਬਰ ਬਠਿੰਡਾ ਤੋਂ। ਬਠਿੰਡਾ ਦੇ ਏਮਸ ਦੇ ਬਾਹਰ ਇੱਕ ਬਜ਼ੁਰਗ ਸੁਬੇਗ ਸਿੰਘ ਪਿਛਲੇ 2.5 ਵਰਿਆਂ ਤੋਂ ਲੰਗਰ ਲਗਾ ਰਹੇ ਨੇ ਆਮ ਲੋਕਾਂ ਦੇ ਲਈ। ਏਮਸ ਦੇ ਵਿੱਚ ਓਪੀਡੀ ਦੀ ਸ਼ੁਰੂਆਤ ਦੇ ਨਾਲ ਹੀ ਸੁਬੇਗ ਸਿੰਘ ਨੇ ਇਸ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ 'ਚ ਇਸ ਲੰਗਰ 'ਚ 20 ਲੀਟਰ ਚਾਹ ਅਤੇ 7 ਤੋਂ 8 ਕਿਲੋ ਆਟਾ ਲੱਗਦਾ ਸੀ। ਹੁਣ ਰੋਜ਼ਾਨਾ 2 ਕੁਇੰਟਲ ਆਟਾ, 20 ਲੀਟਰ ਚਾਹ ਅਤੇ 40 ਕਿਲੋ ਦਾਲ ਹਰ ਰੋਜ਼ ਬਣਦੀ ਹੈ। 5 ਕਿਲੋ ਆਟੇ ਤੋਂ ਸ਼ੁਰੂ ਕੀਤਾ ਸੀ, ਹੁਣ 2 ਕੁਇੰਟਲ ਤੋਂ ਦੇ ਕਰੀਬ ਆਟਾ ਲੱਗ ਜਾਂਦਾ ਹੈ 24 ਘੰਟਿਆਂ 'ਚ। ਲੰਗਰ ਸੇਵਾ ਦੇ ਇਲਾਵਾ ਸੁਬੇਗ ਸਿੰਘ ਨੇ ਆਪਣੀ 3 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਕਰ ਦਿੱਤੀ, ਜਿਸ ਜ਼ਮੀਨ ਦੇ ਉੱਤੇ ਗੁਰੂ ਘਰ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ 550 ਸਾਲ ਨੂੰ ਸਮਰਪਿਤ 550 ਕਮਰੇ ਵੀ ਬਣਾਏ ਜਾ ਰਹੇ ਨੇ, ਜਿਸ ਦੇ ਵਿੱਚ ਮਰੀਜ਼ ਅਤੇ ਉਹਨਾਂ ਦੇ ਨਾਲ ਆਏ ਪਰਿਵਾਰ ਵਾਲੇ ਰੁਕ ਸਕਣਗੇ। ਮਹਾਰਾਜ ਸੱਚੇ ਪਾਤਸ਼ਾਹ ਹੁਣ ਭਾਵੇਂ ਸਾਰੀ ਪ੍ਰਾਪਰਟੀ ਲੱਗ ਜੇ, ਇਹ ਤੇਰਾ ਕਾਜ ਹੈ ਜਿਹੜਾ ਸਿਰੇ ਚੜਾਵਾਂਗੇ। ਸੁਬੇਗ ਸਿੰਘ ਨੇ ਲੰਗਰ ਦੀ ਸ਼ੁਰੂਆਤ ਪਰਿਵਾਰ ਦੇ ਵਿੱਚ ਹੋਏ ਹਾਦਸੇ ਤੋਂ ਬਾਅਦ ਕੀਤੀ। ਸੁਬੇਗ ਸਿੰਘ ਦੀ ਕੋਈ ਸੰਤਾਨ ਨਹੀਂ ਹੈ ਅਤੇ ਉਹਨਾਂ ਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ, ਇਸ ਲਈ ਉਹਨਾਂ ਨੇ ਆਪਣੀ ਜ਼ਮੀਨ ਗੁਰਦੁਆਰੇ ਦੇ ਨਾਮ ਦੇ ਉੱਤੇ ਦਾਨ ਦੇ ਵਿੱਚ ਦੇ ਦਿੱਤੀ ਅਤੇ ਲੰਗਰ ਸੇਵਾ ਦੀ ਵੀ ਸ਼ੁਰੂਆਤ ਕੀਤੀ। ਖੈਰ ਦਾਨ ਦੇਣਾ ਬਹੁਤ ਵੱਡੀ ਗੱਲ ਹੈ ਔਰ ਆਪਣੀ ਪ੍ਰਾਪਰਟੀ ਹੀ ਜਾਇਦਾਦ, ਕਿਉਂਕਿ ਲੋਕ 1 ਇੰਚ ਨਹੀਂ ਛੱਡਦੇ ਤੇ ਇਹਨਾਂ ਨੇ ਆਪਣੀ ਜਾਇਦਾਦ ਗੁਰਦੁਆਰਾ ਸਾਹਿਬ ਤੇ ਆਮ ਲੋਕਾਂ ਦੇ ਨਾਮ ਲਗਾ ਦਿੱਤੀ। ਇਸ ਵਿਚਾਲੇ ਇੱਕ ਖਬਰ ਇਹ ਵੀ ਆਈ ਕਿ ਚੰਡੀਗੜ੍ਹ ਪੀਜੀਆਈ ਦੇ ਵਿੱਚ ਇੱਕ ਜਿਹੜੇ ਡਾਕਟਰ ਉੱਥੇ ਰਹੇ ਨੇ ਪੀਜੀਆਈ ਦੇ ਵਿੱਚ, ਉਹਨਾਂ ਨੇ 10 ਕਰੋੜ ਰੁਪਏ ਦਾਨ ਦਿੱਤੇ ਨੇ, ਪਰ ਗੁਪਤ ਦਾਨ ਰੱਖਿਆ ਗਿਆ, ਯਾਨੀ ਕਿ ਉਹਨਾਂ ਨੇ ਆਪਣਾ ਨਾਮ ਵੀ ਜਨਤਕ ਨਹੀਂ ਕੀਤਾ। ਖੈਰ ਜਦੋਂ ਇਸ ਤਰੀਕੇ ਦੇ ਦਾਨੀ ਸੱਜਣ ਹੁੰਦੇ ਨੇ, ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੇ ਨੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਦੇਸ਼ ਦੇ ਵਿੱਚ ਕਈ ਦਸ਼ਕਾਂ ਦੇ ਇੰਤਜ਼ਾਰ ਤੋਂ ਬਾਅਦ ਚੀਤਿਆਂ ਦੀ ਵਾਪਸੀ ਹੋ ਰਹੀ ਹੈ। ਤਕਰੀਬਨ 70 ਸਾਲ ਬਾਅਦ ਦੇਸ਼ ਦੇ ਵਿੱਚ ਦੁਬਾਰਾ ਚੀਤੇ ਦਿਖਾਈ ਦੇਣਗੇ। ਨਮੀਬੀਆ ਤੋਂ ਚੱਲੇ 17 ਸਤੰਬਰ ਨੂੰ 8 ਚੀਤੇ ਭਾਰਤ ਲਿਆਂਦੇ ਜਾ ਰਹੇ ਨੇ। ਇਸ ਦਿਨ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਵੀ ਹੈ। ਹੁਣ ਚੀਤਿਆਂ ਦੀ ਭਾਰਤ ਵਾਪਸੀ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਦਾ ਤੋਹਫਾ ਦੱਸਿਆ ਜਾ ਰਿਹਾ ਹੈ। ਇਸ ਦਿਨ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਦੇ ਵਿੱਚ ਸਾਰੇ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦੇ ਵਿੱਚ ਛੱਡਿਆ ਜਾਵੇਗਾ। ਹੁਣ ਇਹਨਾਂ ਚੀਤਿਆਂ ਨੂੰ ਲਿਆਉਣ ਦੇ ਲਈ ਭਾਰਤ ਦਾ ਵਿਸ਼ੇਸ਼ ਵਿਮਾਨ ਨਮੀਬੀਆ ਪਹੁੰਚ ਚੁੱਕਿਆ ਹੈ।
ਭਾਰਤ ਤੋਂ ਨਮੀਬੀਆ ਗਏ ਇਸ ਜਹਾਜ਼ ਨੂੰ ਖਾਸ ਤੌਰ ਤੇ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਮਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਇਸ ਦੇ ਉੱਤੇ ਚੀਤੇ ਦਾ ਮੂੰਹ ਪ੍ਰਿੰਟ ਕੀਤਾ ਗਿਆ ਹੈ ਜੋ ਦੇਖਣ ਦੇ ਵਿੱਚ ਕਾਫੀ ਅਟਰੈਕਟਿਵ ਲੱਗਦਾ ਹੈ। ਇਸ ਜਹਾਜ਼ ਦੇ ਵਿੱਚ 8 ਚੀਤਿਆਂ ਨੂੰ ਭਾਰਤ ਲਿਆਂਦਾ ਜਾਵੇਗਾ ਕਿਉਂਕਿ 70 ਸਾਲ ਬਾਅਦ ਦੇਸ਼ ਨੂੰ ਚੀਤੇ ਮਿਲ ਰਹੇ ਨੇ। ਅਜਿਹੇ 'ਚ ਇਸ ਨੂੰ ਇੱਕ ਈਵੈਂਟ ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਹੈ। 8 ਚੀਤਿਆਂ ਦੇ ਵਿੱਚ 5 ਮਾਦਾ ਅਤੇ 3 ਨਰ ਚੀਤੇ ਸ਼ਾਮਲ ਨੇ। ਦੱਸਿਆ ਜਾ ਰਿਹਾ ਕਿ 17 ਸਤੰਬਰ ਦੀ ਸਵੇਰ ਇਹ 8 ਚੀਤੇ ਜੈਪੁਰ ਲੈਂਡ ਕਰਨਗੇ। ਉੱਥੋਂ ਹੈਲੀਕਾਪਟਰ ਦੇ ਜ਼ਰੀਏ ਉਹਨਾਂ ਨੂੰ ਕੂਨੋ ਨੈਸ਼ਨਲ ਪਾਰਕ ਲਿਆਂਦਾ ਜਾਵੇਗਾ। 2020 ਦੇ ਵਿੱਚ ਸੁਪਰੀਮ ਕੋਰਟ ਨੇ ਨਮੀਬੀਆ ਤੋਂ ਚੀਤੇ ਲਿਆਉਣ ਨੂੰ ਹਰੀ ਝੰਡੀ ਦੇ ਦਿੱਤੀ ਸੀ। ਫਿਲਹਾਲ ਇਸ ਪੂਰੀ ਯੋਜਨਾ ਦੇ ਲਈ ਸਰਕਾਰ 91 ਕਰੋੜ ਰੁਪਏ ਖਰਚ ਕਰ ਰਹੀ ਹੈ। ਤਾਂ ਚੀਤੇ ਵਾਪਸ ਆ ਰਹੇ ਨੇ, ਚੀਤੇ ਲਿਆਂਦੇ ਜਾ ਰਹੇ ਨੇ ਭਾਰਤ ਔਰ ਇਸ ਨੂੰ ਇੱਕ ਇਵੈਂਟ ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਰਿਹਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਾਰਾਗੜੀ ਫਾਊਂਡੇਸ਼ਨ ਦਾ ਇੱਕ ਡੈਲੀਗੇਸ਼ਨ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚਿਆ। ਸਾਰਾਗੜੀ ਫਾਊਂਡੇਸ਼ਨ ਦੇ ਪ੍ਰਧਾਨ ਗੁਰਵਿੰਦਰਪਾਲ ਸਿੰਘ ਨੇ ਸਾਰਾਗੜ ਕਿਲੇ ਦਾ ਇੱਕ ਪੱਥਰ ਡੀਆਈਜੀਐਮਸੀ ਨੂੰ ਦਿੱਤਾ ਹੈ। ਇਹ ਪੱਥਰ ਗੁਰੂ ਘਰ ਦੇ ਮਿਊਜ਼ੀਅਮ ਦੇ ਵਿੱਚ ਰੱਖਿਆ ਜਾਵੇਗਾ। ਸਾਰਾਗੜੀ ਦਾ ਕਿਲਾ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਬਾਰਡਰ ਦੇ ਉੱਤੇ ਸਥਿਤ ਹੈ। ਸਾਰਾਗੜੀ ਦਾ ਕਿਲਾ 21 ਸਿੱਖ ਫੌਜੀਆਂ ਦੀ ਬਹਾਦਰੀ ਦੀ ਗਵਾਹੀ ਭਰਦਾ ਹੈ ਜਦੋਂ 21 ਸਿੱਖ ਫੌਜੀਆਂ ਨੇ ਅੰਗਰੇਜ਼ ਹਕੂਮਤ ਦੇ ਵੱਲੋਂ ਲੜਦਿਆਂ 10,000 ਅਫਗਾਨੀਆਂ ਦੇ ਨਾਲ ਲੜਾਈ ਲੜੀ। 125 साल पहले एक युद्ध लड़ा गया था जिसकी कहानी आज भी लोगों को प्रोत्साहित करती है, उनका उत्साह बढ़ाती है और उनको इतिहास के उस किस्से, उस कहानी की याद दिलाती है जो कभी घटा था। 21 जवानों ने 10,000 अफगानी लोगों को पराजित किया था और उस कहानी का आज एक इतिहास में आपसे रूबरू कराना चाहता हूँ। वो पत्थर सारागाड़ी से अब राजधानी दिल्ली पहुँचा है और खुद जो फाउंडर हैं वो पत्थर को लेकर आए हैं और डीआईजीएमसी को ये पत्थर सौंपा गया है एक धरोहर के रूप में कि लोग यहाँ पर जब आएंगे, संगत जब यहाँ पर आएगी तो इस पत्थर के दीदार कर पाएगी और उस कहानी को याद कर पाएगी जो इतिहास में कहीं ना कहीं एक लोगों को प्रोत्साहित करती है। आप पत्थर लेके आए यहाँ पर और किसी समस्या हुई आपको और इतिहास क्या कहता है इसके बारे में? इतिहास कहता है कि 12 सितंबर संडे को 1897 को 21 सिखों ने 10,000 पठानों का औरंगजेब अफरीदियों का मुकाबला किया था और अपना सिखी जज्बा पर कायम रहते हुए उस मैदान को नहीं छोड़ा था क्योंकि ये हमें गुरु गोबिंद सिंह जी का तेज प्रताप प्राप्त है कि भी लड़ाई में कभी नहीं भागना। जैसे आपने बॉर्डर फिल्म देखी, लोनेवाला में बैटल थी, सिख कभी नहीं भागते। चाहे अभी गलवान घाटी में हुआ, एक ही सिख ने 20 को चित कर दिया था। तो उसी तरह से ये हमारे ब्लड में है पंजाबियों के वॉरियर, ये गुरु गोबिंद सिंह जी के तेज प्रताप की वजह से। तो ये जो पत्थर हम लाए हैं वहाँ से 5 पत्थर लाए थे, एक पत्थर यहाँ पर स्थापित किया जा रहा है और इसलिए क्योंकि आने वाले फ्यूचर्स के लिए हम इतिहास को सबके सामने बता सकें। जैसे केसरी फिल्म मेरी बुक पर आधारित थी, उसी तरह से हॉलीवुड में भी एक फिल्म बन रही है टॉम क्रूज को लेकर। यही है कि अपनी हिस्ट्री को ਹੁਣ ਅੱਗੇ ਵਧਦੇ ਹਾਂ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚ ਚੰਗਾ ਵਿਵਹਾਰ ਰੱਖਣ ਵਾਲੇ ਕੈਦੀਆਂ ਦੇ ਲਈ ਸਰਕਾਰ ਇੱਕ ਨਵਾਂ ਕਦਮ ਚੁੱਕ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀ 3 ਮਹੀਨਿਆਂ ਦੇ ਵਿੱਚ ਇੱਕ ਵਾਰ ਆਪਣੇ ਪਰਿਵਾਰ ਦੇ ਨਾਲ ਤਕਰੀਬਨ 1 ਘੰਟਾ ਮਿਲ ਸਕਣਗੇ। ਇਸ 1 ਘੰਟੇ ਦੇ ਵਿੱਚ ਕੈਦੀ ਪਰਿਵਾਰ ਦੇ ਨਾਲ ਖਾਣਾ ਵੀ ਖਾ ਸਕਣਗੇ, ਚਾਹ ਪਾਣੀ ਪੀ ਸਕਦੇ ਨੇ। ਇਸ ਦਾ ਫਾਇਦਾ ਸਿਰਫ ਉਹਨਾਂ ਕੈਦੀਆਂ ਨੂੰ ਹੀ ਮਿਲੇਗਾ ਜਿਨ੍ਹਾਂ ਦਾ ਜੇਲ੍ਹ ਦੇ ਵਿੱਚ ਚੰਗਾ ਵਿਵਹਾਰ ਹੋਵੇਗਾ। ਪੰਜਾਬ ਦੀਆਂ 23 ਜੇਲ੍ਹਾਂ ਦੇ ਵਿੱਚ ਇਸ ਸਹੂਲੀਅਤ ਦੀ ਸ਼ੁਰੂਆਤ ਕੀਤੀ ਗਈ ਹੈ। ਪ੍ਰੋਗਰਾਮ ਲਾਂਚ ਕੀਤਾ ਗਿਆ ਜਿਸ ਦਾ ਨਾਮ ਹੈ ਗਲਵੱਕੜੀ ਮੁਹਿੰਮ। 1 ਘੰਟਾ ਪਰਿਵਾਰ ਦੇ ਸਾਰੇ ਮੈਂਬਰ 5 ਮੈਂਬਰ ਅੰਦਰ ਕੈਦੀ ਨਾਲ 1 ਘੰਟਾ ਬਿਤਾ ਸਕਦੇ ਆ, ਚਾਹ ਪੀ ਸਕਦੇ ਆ, ਖਾਣਾ ਖਾ ਸਕਦੇ ਆ। ਸਰਕਾਰ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੀ ਸਹੂਲੀਅਤ ਦੇਣ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦਾ ਮਾਨਸਿਕ ਸੰਤੁਲਨ ਵੀ ਸਹੀ ਰਹੇਗਾ ਅਤੇ ਉਹਨਾਂ ਦਾ ਪਰਿਵਾਰ ਦੇ ਨਾਲ ਪਿਆਰ ਬਣਿਆ ਰਹੇਗਾ। ਉੱਥੇ ਜੋ ਮਹਿਲਾਵਾਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਬੱਚੇ ਵੀ ਹੁਣ 1 ਘੰਟਾ ਆਪਣੀ ਮਾਂ ਨੂੰ ਮਿਲ ਸਕਣਗੇ। ਹਾਂ, ਇਸ ਸਹੂਲਤ ਦਾ ਫਾਇਦਾ ਗੈਂਗਸਟਰਸ ਨੂੰ ਨਹੀਂ ਦਿੱਤਾ ਜਾਵੇਗਾ। ਕਹਿ ਰਹੇ ਉਹ ਕੈਦੀਆਂ ਨੂੰ ਦਿੱਤਾ ਜਾਏਗਾ ਜੋ ਚੰਗਾ ਵਤੀਰਾ ਜੇਲ੍ਹ ਦੇ ਅੰਦਰ ਰੱਖਦੇ ਨੇ ਜਾਂ ਕਰਦੇ ਨੇ। ਖੈਰ ਪਰਿਵਾਰਾਂ ਦੇ ਲਈ ਇੱਕ ਰਾਹਤ ਦੀ ਖਬਰ ਜ਼ਰੂਰ ਹੈ ਕਿਉਂਕਿ ਪਰਿਵਾਰ ਨਹੀਂ ਤਾਂ ਦੂਰ ਤੋਂ ਹੀ ਮਿਲਦੇ ਨੇ ਜਾਂ ਫਿਰ ਕੋਈ ਜਾਲੀ ਹੁੰਦੀ ਹੈ ਵਿਚਾਲੇ ਜਦੋਂ ਉਹਨਾਂ ਨੂੰ ਕੋਈ ਮੁਲਾਕਾਤ ਕਰਨੀ ਪੈਂਦੀ ਹੈ। ਹੁਣ ਅੱਗੇ ਵਧਦੇ ਹਾਂ ਤੇ ਇੱਕ ਖਬਰ ਹੈ ਬਠਿੰਡਾ ਤੋਂ ਡੀਏਵੀ ਕਾਲਜ ਦੇ ਬਾਹਰ ਤੋਂ ਜਿੱਥੇ ਹੋਈ ਹੈ ਗੁੰਡਾਗਰਦੀ ਕਿਰਪਾਨਾਂ ਕਿਰਚਾਂ ਦੇ ਨਾਲ। ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਜ਼ਬਰਦਸਤ ਝੜਪ ਉੱਥੇ ਹੁੰਦੀ ਹੋਈ ਬਠਿੰਡਾ ਦੇ ਵਿੱਚ ਡੀਏਵੀ ਕਾਲਜ ਦੇ ਬਾਹਰ ਇਹ ਨਜ਼ਰ ਆਈ ਹੈ।
ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ। ਦਰਜਨ ਦੇ ਕਰੀਬ ਬਦਮਾਸ਼ਾਂ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਔਰ ਦੂਰ ਖੜੇ ਸ਼ਖਸ ਨੇ ਕਿਸੇ ਨੇ ਵੀਡੀਓ ਵੀ ਬਣਾ ਲਈ ਇਸ ਦੀ ਔਰ ਕਿਸ ਤਰੀਕੇ ਨਾਲ ਉੱਥੇ ਕੁੱਟਮਾਰ ਕਰਨ ਦੇ ਲਈ ਇਹ ਪਹੁੰਚੇ ਹੋਏ ਸੀ। ਨੌਜਵਾਨ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਉਹ ਵੀ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ। ਕਿਰਪਾਨਾਂ ਅਤੇ ਬੇਸਬਾਲ ਦੇ ਡੰਡਿਆਂ ਦੇ ਨਾਲ ਇਹ ਕੁੱਟਮਾਰ ਕੀਤੀ ਗਈ। ਕਾਬਿਲੇ ਗੌਰ ਵੀ ਹੈ ਕਿ 10-12 ਨੌਜਵਾਨ ਕੁੱਟ ਰਹੇ ਸੀ ਇੱਕ ਸ਼ਖਸ ਨੂੰ, ਤਾਂ ਜਿਹੜੇ ਦੂਰ ਲੋਕ ਖੜੇ ਸੀ ਉਹ ਕੋਈ ਆ ਕੇ ਵਿਚਾਲੇ ਬਚਾ ਕਰਦਾ ਨਜ਼ਰ ਨਹੀਂ ਆਇਆ। ਖੈਰ ਜਦੋਂ 10-12 ਨੌਜਵਾਨ ਕੁੱਟਮਾਰ ਕਰ ਰਹੇ ਹੋਣ ਤਾਂ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕਿ ਕਿਵੇਂ ਕੋਈ ਆ ਕੇ ਕਿਸੇ ਨੂੰ ਬਚਾਵੇ। ਖੈਰ ਇਹ ਪੂਰਾ ਮਾਮਲਾ ਕੀ ਹੈ, ਕਿਉਂਕਿ ਲੱਗ ਰਿਹਾ ਕਿ ਦੋ ਧਿਰਾਂ ਦੀ ਝੜਪ ਹੈ ਤੇ ਇੱਕ ਧਿਰ ਦੇ ਵੱਲੋਂ ਇੱਕ ਸ਼ਖਸ ਨੂੰ, ਇੱਕ ਨੌਜਵਾਨ ਨੂੰ ਕੁੱਟਿਆ ਗਿਆ। ਹੁਣ ਕਾਲਜ ਦੇ ਵਿੱਚ ਪੜ੍ਹਦੇ ਨੇ ਜਾਂ ਨਹੀਂ ਪੜ੍ਹਦੇ, ਕੌਣ ਨੇ ਇਹ ਜਿਹੜੇ ਬਦਮਾਸ਼ ਸੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ, ਇਹ ਪੂਰਾ ਜਾਂਚ ਦਾ ਵਿਸ਼ਾ ਜ਼ਰੂਰ ਨਜ਼ਰ ਆਉਂਦਾ ਹੈ। ਉਧਰ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਟੀਮ ਇੰਡੀਆ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਲ ਮੁਲਾਕਾਤ ਕੀਤੀ। ਮੀਥੇਰ ਨੇ ਅਰਸ਼ਦੀਪ ਦੇ ਨਾਲ ਪ੍ਰੈਕਟਿਸ ਸੈਸ਼ਨ ਦੇ ਦੌਰਾਨ ਹੌਸਲਾ ਅਫਜ਼ਾਈ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਮੀਥੇਰ ਨੇ ਅਰਸ਼ਦੀਪ ਸਿੰਘ ਦੇ ਨਾਲ ਗਰਾਊਂਡ ਦੇ ਉੱਤੇ ਕਾਫੀ ਸਮਾਂ ਬਿਤਾਇਆ ਅਤੇ ਉਹਨਾਂ ਨੂੰ ਹਮੇਸ਼ਾ ਹੌਸਲਾ ਬਣਾ ਕੇ ਰੱਖਣ ਦੀ ਸਲਾਹ ਵੀ ਦਿੱਤੀ। ਖੇਡ ਮੰਤਰੀ ਨੇ ਉਹਨਾਂ ਦੇ ਨਾਲ ਫੋਟੋ ਵੀ ਖਿਚਵਾਈ। ਜ਼ਿਕਰ ਖਾਸ ਹੈ ਕਿ ਲੰਘੀ 4 ਸਤੰਬਰ ਨੂੰ ਏਸ਼ੀਆ ਕੱਪ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੋਏ ਮੁਕਾਬਲੇ ਦੇ ਦੌਰਾਨ ਸਾਰੇ ਦਰਸ਼ਕਾਂ ਦੀਆਂ ਅੱਖਾਂ ਹਰ ਪਲ ਮੈਚ ਦੇ ਉੱਤੇ ਟਿਕੀਆਂ ਹੋਈਆਂ ਸੀ। ਇਸ ਮੈਚ ਦੇ ਵਿੱਚ ਅਰਸ਼ਦੀਪ ਸਿੰਘ ਤੋਂ ਇੱਕ ਕੈਚ ਛੁੱਟ ਗਿਆ 19ਵੇਂ ਓਵਰ ਦੇ ਵਿੱਚ। ਇਸ ਤੋਂ ਬਾਅਦ ਉਹਨਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਤੇ ਕਾਫੀ ਆਲੋਚਨਾ ਵੀ ਚੱਲਣੀ ਪਈ। ਭਾਰਤ ਦੀ ਹਾਰ ਤੋਂ ਬਾਅਦ ਨਫ਼ਰਤ ਫੈਲਾਉਣ ਵਾਲਿਆਂ ਨੇ ਅਰਸ਼ਦੀਪ ਦੇ ਵਿਕੀਪੀਡੀਆ ਪੇਜ ਨਾਲ ਛੇੜਛਾੜ ਕਰ ਵੱਖਵਾਦੀ ਖਾਲਿਸਤਾਨੀ ਅੰਦੋਲਨ ਦੇ ਨਾਲ ਫਰਜ਼ੀ ਤਰੀਕੇ ਨਾਲ ਲਿੰਕ ਕਰ ਦਿੱਤਾ ਸੀ। ਹਾਲਾਂਕਿ ਭਾਰਤ ਸਰਕਾਰ ਨੇ ਗੰਭੀਰਤਾ ਨਾਲ ਇਸ ਮਾਮਲੇ ਦੇ ਉੱਤੇ ਨੋਟਿਸ ਲਿਆ ਤੇ ਇਲੈਕਟ੍ਰੋਨਿਕਸ ਅਤੇ IT ਮੰਤਰਾਲੇ ਨੇ ਵੈਬਸਾਈਟ ਦੇ ਅਧਿਕਾਰੀਆਂ ਤੋਂ ਇਸ ਦਾ ਸਪਸ਼ਟੀਕਰਨ ਮੰਗਿਆ ਸੀ। ਕਾਬਿਲੇ ਗੌਰ ਹੈ ਕਿ ਪਾਕਿਸਤਾਨ ਦੇ ਵਿੱਚ ਬੈਠੇ ਕੁਝ ਟ੍ਰੋਲਰਸ ਨੇ ਖਾਲਿਸਤਾਨੀ ਲਿਖ ਕੇ ਟ੍ਰੋਲ ਕੀਤਾ ਤੇ ਉਸ ਤੋਂ ਬਾਅਦ ਅਰਸ਼ਦੀਪ ਦੇ ਨਾਲ ਪੂਰਾ ਦੇਸ਼ ਆ ਕੇ ਖੜਾ ਹੋ ਗਿਆ। ਹਰ ਇੱਕ ਦੇ ਵੱਲੋਂ ਸਪੋਰਟ ਫੁੱਲ ਤਰੀਕੇ ਨਾਲ ਕੀਤੀ ਗਈ। ਖੇਡ ਹੈ, ਖੇਡ ਦੇ ਵਿੱਚ ਕੈਚ ਛੁੱਟਦਾ ਹੈ ਪਰ ਪੂਰਾ ਹੌਸਲਾ ਉਹਨਾਂ ਦਾ ਨਜ਼ਰ ਆਇਆ ਅਗਲੇ ਮੈਚਸ ਦੇ ਵਿੱਚ। ਹੁਣ ਅੱਗੇ ਵਧਦੇ ਹਾਂ, ਖਬਰ ਰੋਹਤਕ ਤੋਂ ਹੈ। ਰੋਹਤਕ ਦੇ ਵਿੱਚ ਮੁੱਖ ਮੰਤਰੀ ਦੇ ਕੋਲ ਇੱਕ ਮਹਿਲਾ ਬੁਢਾਪਾ ਪੈਨਸ਼ਨ ਨਾ ਦਿੱਤੇ ਜਾਣ ਨੂੰ ਲੈ ਕੇ ਸ਼ਿਕਾਇਤ ਲੈ ਕੇ ਪਹੁੰਚੀ ਤਾਂ ਸੀਐਮ ਨੇ, ਹਰਿਆਣਾ ਦੇ ਸੀਐਮ ਨੇ ਆਪਣੀ ਜੇਬ ਦੇ ਵਿੱਚੋਂ ਉਸ ਨੂੰ ਬੁਢਾਪਾ ਪੈਨਸ਼ਨ ਦੇ ਪੈਸੇ ਦੇ ਦਿੱਤੇ। ਸੀਐਮ ਨੇ ਮਹਿਲਾ ਨੂੰ ਆਪਣੀ ਜੇਬ ਦੇ ਵਿੱਚੋਂ 2500 ਰੁਪਏ ਦਿੱਤੇ ਅਤੇ ਭਰੋਸਾ ਦਿਵਾਇਆ ਕਿ ਅਗਲੇ ਮਹੀਨੇ ਉਹਨਾਂ ਦੀ ਘਰ ਦੇ ਉੱਤੇ ਪੈਨਸ਼ਨ ਆਏਗੀ। ਦਰਅਸਲ ਮੁੱਖ ਮੰਤਰੀ ਰੋਹਤਕ ਦੇ ਵਿੱਚ ਜਨਤਾ ਦਰਬਾਰ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਸੀ। ਇਸ ਦੌਰਾਨ ਬਜ਼ੁਰਗ ਮਹਿਲਾ ਨੇ ਪੈਨਸ਼ਨ ਕੱਟੇ ਜਾਣ ਦੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਸੀਐਮ ਨੇ ਖੁਦ ਜੇਬ ਤੋਂ ਮਹਿਲਾ ਨੂੰ ਪੈਨਸ਼ਨ ਦੇ ਪੈਸੇ ਦੇ ਦਿੱਤੇ। जो भी शिकायत हमको मिलती है उसको वेरीफाई करने के लिए, अप्लाई करने के लिए ऑनलाइन पोर्टल बनाया है ताकि कहीं भी किसी की गलत पेंशन कटी है वो उसको ऑनलाइन यानी सबमिट करे और उसको पुनः पेंशन चालू करा देते। ਇਸ ਜਨਮੰਚ ਦੇ ਵਿੱਚ ਖਰਕ ਜਟਾਨ ਪਿੰਡ ਦੇ ਪਿੰਡ ਵਾਲਿਆਂ ਨੇ ਪੰਚਾਂ ਨੂੰ ਮਿਲਣ ਵਾਲੀ ਰਾਸ਼ੀ ਦੇ ਵਿੱਚ ਗ੍ਰਾਮ ਸਕੱਤਰ ਤੇ ਗੜਬੜੀ ਕਰਨ ਦਾ ਇਲਜ਼ਾਮ ਵੀ ਲਗਾਇਆ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਲਾਖਨ ਮਾਜਰਾ ਦੇ ਗ੍ਰਾਮ ਸਕੱਤਰ ਅਮਿਤ ਕੁਮਾਰ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ। ਖੈਰ ਜਦੋਂ ਕੋਈ ਫਰਿਆਦ ਲੈ ਕੇ ਪਹੁੰਚੇ ਬਜ਼ੁਰਗ ਕਿ ਉਹਨੂੰ ਪੈਨਸ਼ਨ ਨਹੀਂ ਮਿਲ ਰਹੀ, ਹਰ ਮਹੀਨੇ 'ਚ ਮਿਲਦੀ ਹੈ, ਤਾਂ ਉਸ ਤੋਂ ਬਾਅਦ ਜਾਂਚ ਹੁੰਦੀ ਹੈ ਕਿ ਪੈਨਸ਼ਨ ਮਿਲੇਗੀ। ਪਰ ਜਦੋਂ ਸੀਐਮ ਖੁਦ ਆਪਣੀ ਪਾਕਟ ਦੇ ਵਿੱਚੋਂ ਕੱਢ ਕੇ ਪੈਸੇ ਦੇ ਦੇਣ ਕਿ ਲੋ ਮਾਤਾ ਜੀ 2500 ਰੁਪਏ ਅਗਲੇ ਮਹੀਨੇ ਤੋਂ ਤੁਹਾਨੂੰ ਪੈਨਸ਼ਨ ਮਿਲੇਗੀ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਤੇ ਖਬਰ ਲੰਡਨ ਤੋਂ। ਲੰਡਨ ਦੇ ਵੈਸਟਮਿੰਸਟਰ ਹਾਲ ਦੇ ਵਿੱਚ ਕੁਈਨ ਐਲਿਜ਼ਾਬੈਥ ਦਾ ਜਿਹੜਾ ਤਾਬੂਤ ਦੇ ਵਿੱਚ ਉਹਨਾਂ ਦਾ ਪਾਰਥਿਵ ਸ਼ਰੀਰ ਰੱਖਿਆ ਗਿਆ ਤਾਂ ਉਸ ਦੇ ਨੇੜੇ ਡਿਊਟੀ ਦੇ ਰਿਹਾ ਇੱਕ ਰਾਇਲ ਗਾਰਡ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ। ਕੁਈਨ ਐਲਿਜ਼ਾਬੈਥ ਦਾ ਤਾਬੂਤ ਲੰਡਨ ਦੇ ਵੈਸਟਮਿੰਸਟਰ ਹਾਲ ਦੇ ਵਿੱਚ ਅੰਤਿਮ ਦਰਸ਼ਨ ਦੇ ਲਈ ਰੱਖਿਆ ਗਿਆ ਸੀ। ਇਸ ਵਿਚਾਲੇ ਇੱਥੇ ਪਹਿਰਾ ਦੇ ਰਿਹਾ ਇੱਕ ਗਾਰਡ ਅਚਾਨਕ ਤੋਂ ਡਿੱਗ ਗਿਆ। ਇਹ ਗਾਰਡ ਕੁਈਨ ਦੇ ਤਾਬੂਤ ਦੇ ਨੇੜੇ ਹੀ ਖੜਾ ਸੀ। BBC ਦੀ ਲਾਈਵ ਸਟ੍ਰੀਮਿੰਗ ਦੇ ਦੌਰਾਨ ਇਹ ਘਟਨਾ ਕੈਮਰੇ 'ਚ ਕੈਦ ਹੋ ਗਈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਲੈਕ ਕਲਰ ਦੀ ਯੂਨੀਫਾਰਮ ਪਾ ਕੇ ਇੱਕ ਰਾਇਲ ਗਾਰਡ ਅਚਾਨਕ ਤੋਂ ਬੇਹੋਸ਼ ਹੋ ਗਿਆ ਅਤੇ ਜ਼ਮੀਨ ਦੇ ਉੱਤੇ ਡਿੱਗ ਗਿਆ। ਰਾਇਲ ਗਾਰਡ ਦੇ ਡਿੱਗਣ ਤੋਂ ਬਾਅਦ ਉੱਥੇ ਮੌਜੂਦ ਹੋਰ ਗਾਰਡਸ ਉਹਨਾਂ ਦੇ ਵੱਲ ਭੱਜਦੇ ਨੇ ਅਤੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਨੇ। ਇਸ ਤੋਂ ਬਾਅਦ ਕੁਝ ਦੇਰ ਦੇ ਲਈ ਲਾਈਵ ਸਟ੍ਰੀਮ ਰੋਕ ਦਿੱਤੀ ਗਈ। ਦੱਸਿਆ ਜਾ ਰਿਹਾ ਕਿ ਬੇਹੋਸ਼ ਹੋ ਕੇ ਡਿੱਗਿਆ ਸ਼ਾਹੀ ਗਾਰਡ ਬਜ਼ੁਰਗ ਸੀ। ਜਦੋਂ ਉਹ ਡਿੱਗਿਆ ਤਾਂ ਉਸ ਦੀ ਕੈਪ ਵੀ ਡਿੱਗ ਗਈ। ਗਾਰਡ ਦੇ ਸਫੇਦ ਬਾਲ ਵੀ ਸਨ, ਜਿਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਉਮਰ ਜ਼ਿਆਦਾ ਸੀ। ਇਸ ਘਟਨਾ ਤੋਂ ਬਾਅਦ
ਹੁਣ ਹਰ 20 ਮਿੰਟ ਦੇ ਵਿੱਚ ਗਾਰਡਸ ਦੀ ਡਿਊਟੀ ਨੂੰ ਚੇਂਜ ਕੀਤਾ ਜਾ ਰਿਹਾ ਹੈ। ਮਹਾਰਾਣੀ ਐਲਿਜ਼ਾਬੈਥ ਦੀ ਮੌਤ 8 ਸਤੰਬਰ ਨੂੰ ਸਕਾਟਲੈਂਡ ਦੇ ਵਿੱਚ ਹੋਈ ਸੀ। ਉਹਨਾਂ ਦਾ ਅੰਤਿਮ ਸੰਸਕਾਰ ਸ਼ਾਹੀ ਪਰੰਪਰਾ ਦੇ ਮੁਤਾਬਿਕ 19 ਸਤੰਬਰ ਨੂੰ ਵੈਸਟਮਿੰਸਟਰ ਏਬੇ ਦੇ ਵਿੱਚ ਹੋਵੇਗਾ। ਕੁਈਨ ਦੇ ਅੰਤਿਮ ਸੰਸਕਾਰ ਦੇ ਵਿੱਚ ਦੁਨੀਆ ਭਰ ਤੋਂ ਤਕਰੀਬਨ 500 ਵੱਡੇ ਆਗੂ ਪਹੁੰਚਣਗੇ। ਇਸ ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ, ਕਾਮਨਵੈਲਥ ਦੇਸ਼ਾਂ ਦੇ ਲੀਡਰਸ ਅਤੇ ਯੂਰਪ ਦੀ ਰਾਇਲ ਫੈਮਿਲੀ ਅਤੇ ਦੁਨੀਆ ਦੇ ਹੋਰ ਆਗੂ ਵੀ ਸ਼ਾਮਲ ਹੋਣਗੇ। ਭਾਰਤ ਦੇ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਾਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਣੇ ਬੇਲਾਰੂਸ ਅਤੇ ਮਿਆਂਮਾਰ ਤੋਂ ਕਿਸੇ ਲੀਡਰ ਨੂੰ ਨਹੀਂ ਬੁਲਾਇਆ ਗਿਆ। ਹੁਣ ਅਗਲੀ ਖਬਰ ਕੈਨੇਡਾ ਤੋਂ ਹੈ। ਕੈਨੇਡਾ ਦੇ ਵਿੱਚ ਇੱਕ ਮੰਦਿਰ ਦੀ ਕੰਧ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਦਿੱਤੇ ਗਏ ਤੇ ਮੰਦਿਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਟੋਰਾਂਟੋ ਦਾ ਸਵਾਮੀ ਨਾਰਾਇਣ ਮੰਦਿਰ, ਜਿਸ ਦੇ ਮੁੱਖ ਗੇਟ ਦੇ ਉੱਤੇ ਲਿਖਿਆ ਹੈ ਖਾਲਿਸਤਾਨ ਜ਼ਿੰਦਾਬਾਦ। ਸਿਰਫ ਇੰਨਾ ਹੀ ਨਹੀਂ, ਮੰਦਿਰ ਦੀ ਦੂਜੀ ਕੰਧ ਦੇ ਉੱਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਗਏ। ਜਿਸ ਨੂੰ ਲੈ ਕੇ ਭਾਰਤ ਨੇ ਕਰੜਾ ਇਤਰਾਜ਼ ਜਤਾਇਆ। ਨਾਲ ਹੀ ਭਾਰਤੀ ਹਾਈ ਕਮਿਸ਼ਨ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੈਨੇਡਾ ਸਰਕਾਰ ਦੇ ਸਾਹਮਣੇ ਵੀ ਰੱਖੀ ਹੈ। ਜਾਣਕਾਰੀ ਇਹ ਵੀ ਹੈ ਕਿ ਮੰਦਿਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾ ਚੁੱਕੇ ਨੇ। ਉਧਰ ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਕਪੂਰਥਲਾ ਦੇ ਢਪਈ ਪਿੰਡ ਦੇ ਪਰਮਵੀਰ ਸਿੰਘ ਦੀ ਇੱਕ ਨੀਗਰੋ ਨੇ ਸਿਰ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ, ਜਿਸ ਦੇ ਵਿੱਚ ਮੁਲਜ਼ਮ ਸ਼ਖਸ ਨੇ ਆਪਣਾ ਚਿਹਰਾ ਕਵਰ ਕੀਤਾ ਹੋਇਆ ਹੈ। ਹੱਥ ਦੇ ਵਿੱਚ ਪਿਸਤੌਲ ਹੈ, ਜਿਸ ਨੂੰ ਉਹ ਪਰਮਵੀਰ ਦੇ ਵੱਲ ਪੁਆਇੰਟ ਕਰਦਾ ਨਜ਼ਰ ਆਉਂਦਾ ਹੈ। ਇਸ ਤੋਂ ਬਾਅਦ ਉਸ ਨੂੰ ਜ਼ਮੀਨ ਦੇ ਉੱਤੇ ਬੈਠਣ ਦੇ ਲਈ ਵੀ ਕਹਿੰਦਾ ਹੈ ਅਤੇ ਫਿਰ ਇਹ ਕਾਊਂਟਰ ਟੱਪ ਕੇ ਦੂਜੇ ਵਾਲੇ ਪਾਸੇ ਆਉਂਦਾ ਹੈ। ਇੰਨੇ 'ਚ ਪਰਮਵੀਰ ਕਾਊਂਟਰ ਦੇ ਵਿੱਚ ਰੱਖੇ ਕੁਝ ਪੈਸੇ ਲੁਟੇਰੇ ਨੂੰ ਦਿੰਦਾ ਵੀ ਹੈ। ਮੌਕਾ ਦੇਖਦੇ ਹੀ ਲੁਟੇਰੇ ਨੇ ਪਰਮਵੀਰ ਦੇ ਸਿਰ ਦੇ ਉੱਤੇ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਹੀ ਪਰਮਵੀਰ ਦੀ ਮੌਤ ਹੋ ਗਈ। ਪਰਮਵੀਰ ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਸ਼ਹਿਰ ਦੁਪੋਲੋ ਦੇ ਇੱਕ ਗੈਸ ਸਟੇਸ਼ਨ ਦੇ ਵਿੱਚ ਸਟੋਰ ਕਲਰਕ ਦੇ ਤੌਰ ਦੇ ਉੱਤੇ ਕੰਮ ਕਰਦਾ ਸੀ। ਇਧਰ ਪਿੰਡ ਢਪਈ ਦੇ ਵਿੱਚ ਪਰਮਵੀਰ ਸਿੰਘ ਦੀ ਮੌਤ ਦੀ ਖਬਰ ਦੇ ਨਾਲ ਪਿੰਡ ਸੋਗ 'ਚ ਡੁੱਬਿਆ ਹੈ। ਮਾਂ ਪਿੰਡ ਦੀ ਸਰਪੰਚ ਹੈ, ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਧਰ ਫਤਿਹਾਬਾਦ ਦੇ ਵਿੱਚ ਦੁਰਗਾ ਮੰਦਿਰ ਦੇ ਸਾਹਮਣੇ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਦੇ ਉੱਤੇ ਚੜ ਗਈ। ਰਾਹਤ ਦੀ ਗੱਲ ਰਹੀ ਕਿ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ। ਕਾਰ ਦੇ ਵਿੱਚ ਸਵਾਰ ਦੋ ਨੌਜਵਾਨ ਵਾਲ-ਵਾਲ ਬਚ ਗਏ। ਹਾਦਸਾ ਦੇਰ ਰਾਤ ਤਕਰੀਬਨ 2 ਵਜੇ ਹੋਇਆ। ਕਾਰ ਡਰਾਈਵਰ ਆਪਣੇ ਸਾਥੀ ਦੇ ਨਾਲ ਫਤਿਹਾਬਾਦ ਪਰਤ ਰਿਹਾ ਸੀ। ਇਸ ਵਿਚਾਲੇ ਮੰਦਿਰ ਦੇ ਬਾਹਰ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਸੜਕ ਤੇ ਲੱਗੀ ਗ੍ਰਿਲ ਨੂੰ ਤੋੜ ਕੇ ਡਿਵਾਈਡਰ ਦੇ ਉੱਤੇ ਜਾ ਚੜੀ। ਸਵੇਰੇ ਜਦੋਂ ਲੋਕਾਂ ਨੇ ਦੇਖਿਆ ਤਾਂ ਦੱਸਿਆ ਕਿ ਗੱਡੀ ਰੋਂਗ ਸਾਈਡ ਤੋਂ ਆ ਰਹੀ ਸੀ, ਪਰ ਜਦੋਂ ਬਾਅਦ ਦੇ ਵਿੱਚ ਸੀਸੀਟੀਵੀ ਫੁਟੇਜ ਦੇਖੀ ਗਈ ਤਾਂ ਪਤਾ ਲੱਗਿਆ ਕਿ ਕਾਰ ਡਿਵਾਈਡਰ ਦੇ ਨਾਲ ਟਕਰਾ ਕੇ ਉਲਟੀ ਦਿਸ਼ਾ ਦੇ ਵਿੱਚ ਘੁੰਮ ਗਈ ਸੀ। ਫੁਟੇਜ ਦੇ ਵਿੱਚ ਦਿਖ ਰਿਹਾ ਹੈ ਕਿ ਹਿਸਾਰ ਦੇ ਵੱਲੋਂ ਤੇਜ਼ ਰਫ਼ਤਾਰ ਗੱਡੀ ਆ ਰਹੀ ਹੈ, ਬੇਕਾਬੂ ਹੋ ਕੇ ਫਿਰ ਡਿਵਾਈਡਰ ਦੇ ਉੱਤੇ ਚੜ ਜਾਂਦੀ ਹੈ। ਹਾਦਸੇ ਦੇ ਸਮੇਂ ਜ਼ੋਰਦਾਰ ਧਮਾਕਾ ਹੋਣ ਦੇ ਉੱਤੇ ਮੰਦਿਰ ਦੇ ਬਾਹਰ ਸੋਇਆ ਹੋਇਆ ਬਜ਼ੁਰਗ ਸਹਿਮ ਗਿਆ। ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਚੁੱਕੇ ਨੇ। ਲੋਹੇ ਦੀ ਮੋਟੀ ਗ੍ਰਿਲ ਵੀ ਟੁੱਟ ਗਈ। ਖੈਰ, ਜਦੋਂ ਤੇਜ਼ ਰਫ਼ਤਾਰ ਹੋਵੇ ਤੇ ਰਫ਼ਤਾਰ ਅਜਿਹੀ ਜੋ ਗੱਡੀ ਨੂੰ ਵੀ ਬੇਕਾਬੂ ਕਰ ਦੇਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਵਾਰੀ ਹੈ ਸਾਡਾ ਅੱਜ ਦਾ ਸਵਾਲ ਤੇ ਉਸ ਦਾ ਜਵਾਬ ਦੱਸਣ ਦੀ। ਸਵਾਲ ਪਹਿਲਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਵਾਲ ਸੀ ਕਿ 1984 ਸਿੱਖ ਨਸਲਕੁਸ਼ੀ ਦੀ ਜਾਂਚ ਦੇ ਲਈ ਪਹਿਲਾ ਕਮਿਸ਼ਨ ਕਿਹੜਾ ਬਣਾਇਆ ਗਿਆ ਸੀ। 4 ਆਪਸ਼ਨ ਅਸੀਂ ਤੁਹਾਨੂੰ ਦਿੱਤੀਆਂ। A ਨਾਨਾਵਤੀ ਕਮਿਸ਼ਨ, B ਮਿਸ਼ਰਾ ਕਮਿਸ਼ਨ, C ਮਾਲਵਾ ਕਮਿਸ਼ਨ ਜਾਂ D ਨਰੂਲਾ ਕਮਿਸ਼ਨ। ਇਹ ਸਵਾਲ ਇਸ ਕਰਕੇ ਕਿਉਂਕਿ 84 ਦੇ ਮੁੱਦੇ ਦੇ ਉੱਤੇ ਇੱਕ ਫਿਲਮ ਦਲਜੀਤ ਦੋਸਾਂਝ ਦੀ ਆ ਰਹੀ ਹੈ ਤੇ 84 ਦੇ ਮੁੱਦੇ ਉੱਤੇ ਦਲਜੀਤ ਦੋਸਾਂਝ ਨੇ ਇੱਕ ਵੱਡਾ ਬਿਆਨ ਵੀ ਦਿੱਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਪੂਰਾ ਮੁੱਦਾ ਦੰਗੇ ਨਹੀਂ ਸੀ ਬਲਕਿ ਨਸਲਕੁਸ਼ੀ ਸੀ। ਹੁਣ ਜਵਾਬ ਕੀ ਹੈ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਕੁਝ ਹੀ ਪਲਾਂ 'ਚ। ਸਹੀ ਜਵਾਬ ਹੈ ਆਪਸ਼ਨ C ਮਾਰਵਾ ਕਮਿਸ਼ਨ। ਨਵੰਬਰ 1984 ਦੇ ਵਿੱਚ ਸਭ ਤੋਂ ਪਹਿਲਾਂ ਜਾਂਚ ਕਮਿਸ਼ਨ ਉਸ ਵਕਤ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਵੇਦ ਮਾਰਵਾ ਦੀ ਅਗਵਾਈ ਦੇ ਵਿੱਚ ਬਣਿਆ ਸੀ। ਇਸ ਕਰਕੇ ਇਸ ਕਮਿਸ਼ਨ ਨੂੰ ਮਾਰਵਾ ਕਮਿਸ਼ਨ ਕਿਹਾ ਜਾਂਦਾ ਹੈ। ਇਸ ਕਮਿਸ਼ਨ ਦਾ ਜ਼ਿੰਮਾ ਪੁਲਿਸ ਦੀ ਭੂਮਿਕਾ ਦੀ ਜਾਂਚ ਕਰਨਾ ਸੀ। ਹਾਲਾਂਕਿ 1985 ਦੇ ਵਿੱਚ ਇਸ ਕਮਿਸ਼ਨ ਦੀ ਜਾਂਚ ਨੂੰ ਕੇਂਦਰ ਸਰਕਾਰ ਨੇ ਵਿਚਾਲੇ ਹੀ ਰੋਕ ਦਿੱਤਾ ਅਤੇ ਸੁਪਰੀਮ ਕੋਰਟ ਦੇ ਤਤਕਾਲੀ ਜੱਜ ਜਸਟਿਸ ਰੰਗਨਾਥ ਮਿਸ਼ਰਾ ਦੀ ਅਗਵਾਈ ਦੇ ਵਿੱਚ ਮਈ 1985 ਚ ਦੂਜਾ ਕਮਿਸ਼ਨ ਬਣਾ ਦਿੱਤਾ ਗਿਆ। ਇਸ ਨੇ ਤਤਕਾਲੀ ਕੇਂਦਰ ਸਰਕਾਰ ਅਤੇ ਕਾਂਗਰਸ ਦੇ ਆਗੂਆਂ ਨੂੰ ਕਲੀਨ ਚਿੱਟ ਦਿੱਤੀ ਸੀ
ਇਸ ਤੋਂ ਬਾਅਦ ਸਾਲ 2000 ਦੇ ਵਿੱਚ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ GT ਨਾਨਾਵਤੀ ਦੀ ਅਗਵਾਈ ਦੇ ਵਿੱਚ ਇੱਕ ਹੋਰ ਕਮਿਸ਼ਨ ਬਣਾਇਆ ਗਿਆ ਸੀ। ਇਸ ਦੇ ਵਿੱਚ ਕਈ ਕਾਂਗਰਸੀ ਆਗੂਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਗਿਆ। 1984 ਤੋਂ ਲੈ ਕੇ ਹੁਣ ਤੱਕ ਦਰਜਨਾਂ ਹੀ ਕਮਿਸ਼ਨ ਅਤੇ ਕਮੇਟੀਆਂ ਇਸ ਖੌਫਨਾਕ ਵਾਕਿਏ ਦੀ ਜਾਂਚ ਕਰ ਚੁੱਕੀਆਂ ਨੇ। ਸਰਕਾਰੀ ਰਿਕਾਰਡ ਦੱਸਦੇ ਨੇ ਕਿ ਇਸ ਘਟਨਾਕ੍ਰਮ ਦੇ ਵਿੱਚ ਜੋ ਉਸ ਸਮੇਂ ਵਾਪਰਿਆ ਉਸ ਦੇ ਵਿੱਚ 2700 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਸੀ। ਇਹ ਅਫੀਸ਼ੀਅਲ ਅੰਕੜਾ, ਹਾਲਾਂਕਿ ਕੁਝ ਲੋਕ ਇਲਜ਼ਾਮ ਲਗਾਉਂਦੇ ਨੇ ਕਿ ਅਫੀਸ਼ੀਅਲ ਅੰਕੜੇ ਤੋਂ ਵੀ ਕਿਤੇ ਜ਼ਿਆਦਾ ਉਸ ਸਮੇਂ ਸਿੱਖ ਭਾਈਚਾਰੇ ਲੋਕਾਂ ਦੀ ਮੌਤ ਹੋਈ ਸੀ। ਤਾਂ 84 ਦਾ ਦੁਖਾਂਤ ਅੱਜ ਵੀ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਹੈ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਹਰ ਇੱਕ ਮੁੱਦੇ ਨਾਲ ਜੁੜੀ ਹੋਈ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੀਏ। ਜਾਣਕਾਰੀ ਜ਼ਰੂਰੀ ਹੁੰਦੀ ਹੈ ਕਿਉਂਕਿ ਜਾਣਕਾਰੀ ਹੋਣ ਦੇ ਨਾਲ ਫਰਕ ਤਾਂ ਪੈਂਦਾ ਹੈ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ।